ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ। ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ। ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਨ ਦੀ ਕਰੀਏ ਕੋਸ਼ਿਸ਼। ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ ਆਪਾਂ ਲੜੀਵਾਰ ਵਿਚਾਰ ਸਰਵਣ ਕਰ ਰਹੇ ਹਾਂ। 23 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ 24ਵੀਂ ਪੌੜੀ ਅਤੇ 24ਵੀਂ ਪੌੜੀ ਦੇ ਨਾਲ ਆਏ ਹੋਏ ਸਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। 24 ਪੌੜੀਆਂ ਹੀ ਕੁੱਲ ਆ। ਅੱਜ ਅਖੀਰਲੀ ਪੌੜੀ ਤੇ ਅਖੀਰਲੇ ਸਲੋਕ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਸਲੋਕ ਮਹੱਲਾ ਪਹਿਲਾ। ਇਹ ਸਲੋਕ ਪਹਿਲੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਹੈ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ। ਭਾਂਡੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਸਾਰੇ ਜੀਵਾਂ ਦੀ ਸਾਜਨਾ ਕਰਦਾ ਹੈ। ਭਾਂਡਾ ਮਤਲਬ ਸਰੀਰ ਰੂਪੀ ਭਾਂਡਾ। ਜਾਂ ਆਪਾਂ ਇਸ ਭਾਂਡੇ ਨੂੰ ਸਮਝਣ ਵਾਸਤੇ ਸੂਹੀ ਮਹੱਲਾ ਪਹਿਲਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਬਾਬਾ ਜੀ ਦਾ ਆਪਣਾ ਸ਼ਬਦ ਆ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਮਤਲਬ ਸਰੀਰ। ਉਹ ਭਾਂਡਾ ਅੱਛਾ ਹੋ ਜਾਂਦਾ ਹੈ ਜਿਹੜਾ ਪ੍ਰਮਾਤਮਾ ਨੂੰ ਭਾ ਜਾਂਦਾ ਹੈ, ਪ੍ਰਮਾਤਮਾ ਦੇ ਮੁਤਾਬਕ ਚੱਲ ਪੈਂਦਾ ਹੈ, ਭਾਣੇ ਦੇ ਵਿੱਚ ਆ ਜਾਂਦਾ ਹੈ, ਬੁਰਾਈਆਂ ਨੂੰ ਛੱਡ ਦਿੰਦਾ ਹੈ। ਉਹ ਚੰਗਾ ਭਾਂਡਾ, ਚੰਗਾ ਸਰੀਰ ਬਣ ਜਾਂਦਾ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਪਰਮਾਤਮਾ ਦੀ ਸੋਝੀ ਤੋਂ ਬਿਨਾਂ ਇਹ ਸਰੀਰ ਰੂਪੀ ਭਾਂਡਾ ਵਿਕਾਰਾਂ ਦੇ ਨਾਲ ਮੈਲਾ ਹੋ ਜਾਂਦਾ, ਆਤਮਲੀਨ ਹੋ ਜਾਂਦਾ। ਇਹ ਕਰਮਕਾਂਡਾਂ ਦੇ ਪਾਣੀ ਦੇ ਨਾਲ ਜਾਂ ਬਾਹਰਲੇ ਇਸ਼ਨਾਨ ਦੇ ਨਾਲ ਧੋਤਾ ਨਹੀਂ ਜਾਂਦਾ। ਧੋਤਾ ਹੱਛਾ ਨਾ ਹੋਏ ਸੀ। ਬਾਹਰੋਂ ਧੋਣ ਦੇ ਨਾਲ ਹੱਛਾ ਨਹੀਂ ਹੁੰਦਾ। ਫਿਰ ਕੀ ਕਰਨਾ ਪੈਂਦਾ ਜੀ ਇਸ ਸਰੀਰ ਰੂਪੀ ਭਾਂਡੇ ਨੂੰ ਧੋਣ ਵਾਸਤੇ? ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਫਿਰ ਕਿਵੇਂ ਹੱਛਾ ਹੁੰਦਾ ਜੀ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਆ ਤਰੀਕਾ ਭਾਈ ਸਰੀਰ ਰੂਪੀ ਭਾਂਡਾ ਧੋਣ ਦਾ, ਚੰਗਾ ਬਣਾਉਣ ਦਾ, ਇਹਨੂੰ ਮਾਂਜਣ ਦਾ, ਇਹਦੇ ਵਿਕਾਰ ਕੱਢਣ ਦਾ। ਗੁਰੂ ਦੁਆਰੇ ਬਾਣੀ, ਗੁਰੂ ਹੈ ਬਾਣੀ ਵਿੱਚ। ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ
सेवक जन मानै प्रतख गुरु निस्तारे। गुरु द्वारा होए सोझी पाए सी। ਇਹ ਮਨੁੱਖ ਗੁਰੂ ਦੇ ਨਾਲ ਜੁੜ ਜਾਵੇ, ਗਿਆਨ ਦੇ ਨਾਲ ਜੁੜ ਜਾਵੇ। ਗੂ ਤੋਂ ਅਰਥ ਹੈ ਹਨੇਰਾ, ਰੂ ਤੋਂ ਅਰਥ ਹੈ ਚਾਨਣ। ਇਹਦੇ ਅੰਦਰ ਪ੍ਰਕਾਸ਼ ਹੋ ਸਕਦਾ, ਇਹਦੇ ਅੰਦਰ ਚਾਨਣ ਹੋ ਸਕਦਾ, ਇਹਦਾ ਭਾਂਡਾ ਹੱਛਾ ਹੋ ਸਕਦਾ ਜੇ ਕਿਤੇ ਗੁਰੂ ਦੇ ਨਾਲ ਜੁੜ ਜਾਵੇ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ ਇਹ ਭਾਂਡਾ ਧੋਤਾ ਜਾਂਦਾ, ਅੱਛਾ ਹੋ ਜਾਂਦਾ। ਭਾਵ ਜੇ ਤਾਂ ਮਨੁੱਖ ਗੁਰੂ ਨਾਲ ਜੁੜ ਗਿਆ ਤਾਂ ਗਿਆਨਵਾਨ ਬਣ ਗਿਆ, ਗੁਰਮੁਖ ਬਣ ਗਿਆ, ਨਹੀਂ ਤਾਂ ਮਨਮੁਖ ਰਹਿੰਦਾ। ਮਨਮੁਖ ਭਾਂਡਾ ਬੁਰਾ ਹੁੰਦਾ ਤੇ ਗੁਰਮੁਖ ਦਾ ਭਾਂਡਾ ਜਿਹੜਾ ਚੰਗਾ ਹੱਛਾ ਹੋ ਜਾਂਦਾ ਹੈ। ਹੁਣ ਸਮਝ ਆਵੇਗੀ ਆਪਾਂ ਨੂੰ ਇਸ ਸ਼ਲੋਕ ਦੀ। ਆਪੇ ਭਾਂਡੇ ਸਾਜੀਅਨ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸਰੀਰਾਂ ਦੀ ਸਾਜਨਾ ਕੀਤੀ ਹੈ। ਆਪੇ ਪੂਰਨ ਦੇ, ਤੇ ਇਹ ਸਰੀਰ ਦੇ ਵਿੱਚ ਪੂਰਨਤਾ ਵੀ ਉਹ ਪੈਦਾ ਕਰ ਦਿੰਦੇ ਆ। ਜੇ ਕੋਈ ਸਤਿਗੁਰੂ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ, ਅਧੂਰੇ ਤੋਂ ਪੂਰਾ ਹੋ ਜਾਂਦਾ ਹੈ। ਇਕਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਹਰਨ ਦੇ ਕੇ ਸਮਝਾ ਰਹੇ ਹਨ। ਜਿਵੇਂ ਇੱਕ ਵੀਰ, ਘੁਮਿਆਰ ਵੀਰ ਭਾਂਡਿਆਂ ਨੂੰ ਬਣਾਉਂਦਾ, ਆਵੀ ਤੇ ਪਕਾਉਂਦਾ, ਵੇਚ ਕੇ ਆਉਂਦਾ, ਲੈ ਲੈਂਦੇ ਆ, ਘਰਾਂ ਦੇ ਵਿੱਚ ਭਾਂਡੇ ਆ ਜਾਂਦੇ ਆ। ਤੇ ਇਕਨਾਂ ਦੇ ਵਿੱਚ, ਭਾਂਡਿਆਂ ਦੇ ਵਿੱਚ ਜਿਹੜੇ ਸੋਹਣੇ ਹੁੰਦੇ ਆ, ਸਾਫ਼ ਹੁੰਦੇ ਆ, ਸੋਹਣੀ ਬਣਤਰ ਹੁੰਦੀ ਆ, ਪੱਕੇ ਹੁੰਦੇ ਆ, ਉਹ ਸੋਹਣੇ ਜਿਹੇ ਭਾਂਡੇ ਦੇ ਵਿੱਚ ਬੀਬੀਆਂ ਦੁੱਧ ਪਾ ਲੈਂਦੀਆਂ। ਇਕਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਜਿਹੜਾ ਭਾਂਡਾ ਉਹ ਚੁੱਲ੍ਹੇ 'ਤੇ ਚੜਿਆ ਰਹਿੰਦਾ, ਕਾੜ੍ਹਨੀ ਦੇ ਵਿੱਚ ਪਿਆ ਰਹਿੰਦਾ, ਭਾਵ ਅੱਗ 'ਤੇ ਚੜਿਆ ਰਹਿੰਦਾ, ਉਸ ਭਾਂਡੇ ਤੌੜੀ ਦੇ ਵਿੱਚ ਦਾਲ ਸਬਜ਼ੀ ਬਣਾਈ ਜਾਂਦੀ ਹੈ। ਇਕਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਭਾਂਡੇ ਇੱਕੋ ਘੁਮਿਆਰ ਦੇ ਬਣਾਏ ਆ, ਇੱਕਨਾਂ ਦੇ ਵਿੱਚ ਦੁੱਧ ਪੈ ਗਿਆ ਤੇ ਇੱਕਨਾਂ ਦੇ ਵਿੱਚ ਜਿਹੜੇ ਅੱਗ 'ਤੇ ਚੜ੍ਹ ਗਏ। ਹੁਣ ਸਰੀਰ ਸਾਰੇ ਪਰਮਾਤਮਾ ਨੇ ਬਣਾਏ ਆ। ਇੱਕਨਾਂ ਦੇ ਅੰਦਰ ਤਾਂ ਆਤਮਿਕ ਗਿਆਨ ਰੂਪੀ, ਸ਼ੁੱਧ ਵਿਚਾਰਾਂ ਰੂਪੀ ਦੁੱਧ ਸਮਾ ਗਿਆ, ਤੇ ਇੱਕ ਚੁੱਲ੍ਹੇ 'ਤੇ ਰਹਿਣ ਚੜੇ, ਇੱਕ ਮਾਇਆ ਦੀ ਅਗਨੀ ਦੇ ਵਿੱਚ, ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਚੁੱਲ੍ਹੇ 'ਤੇ ਸੜੀ ਜਾਂਦੇ ਆ। ਅੰਦਰੋਂ ਜਿਹੜਾ ਹੈ ਤਲਖੀ ਹੈ, ਅੰਦਰੋਂ ਸੜੇਮਾ, ਅੰਦਰੋਂ ਆਤਮਿਕ ਵਿਕਾਸ ਨਹੀਂ ਹੋਇਆ। ਨਾਨਕ ਭਗਤਾ ਸਦਾ ਵਿਕਾਸ ਵਾਲੀ ਗੱਲ ਨਹੀਂ ਬਣੀ। ਭਾਵ ਮਨਮੁਖ ਰੂਪੀ ਭਾਂਡਾ ਹਮੇਸ਼ਾ ਸੜਦਾ ਰਹਿੰਦਾ ਹੈ ਤੇ ਗੁਰਮੁਖ ਰੂਪੀ ਭਾਂਡੇ ਦੇ ਵਿੱਚ ਦੁੱਧ ਪਾਇਆ ਜਾਂਦਾ ਹੈ। ਇਸ ਤਰ੍ਹਾਂ ਭਾਂਡੇ ਇੱਕ ਦੇ ਹੀ ਬਣਾਏ ਆ, ਪਰ ਦੋ ਤਰ੍ਹਾਂ ਦੇ ਹੋ ਗਏ। ਇਹ ਦੁਨੀਆ ਉਹ ਪ੍ਰਮਾਤਮਾ ਅਕਾਲ ਪੁਰਖ ਨੇ ਬਣਾਈ ਹੈ, ਇੱਥੇ ਵੀ ਦੋ ਤਰ੍ਹਾਂ ਦੇ ਹੋ ਗਏ, ਇੱਕ ਗੁਰਮੁਖ ਤੇ ਇੱਕ ਮਨਮੁਖ। ਗੁਰਮੁਖ ਆਨੰਦ ਮਾਣਦੇ ਆ, ਮਨਮੁਖ ਆ ਜਿਹੜੇ ਉਹ ਚੁੱਲ੍ਹਿਆਂ 'ਤੇ ਚੜੇ ਰਹਿੰਦੇ ਹਨ ਜੀ। ਇੱਕ ਨਿਹਾਲੀ ਪੈ ਸਭਨ, ਇੱਕ ਉੱਪਰ ਰਹਿਣ ਖੜੇ। ਇੱਕ ਨਿਹਾਲੀ ਪੈ ਸਭਨ, ਇੱਕ ਆਰਾਮ ਕਰਦੇ ਆ ਤਲਾਈਆਂ ਰਜਾਈਆਂ ਦੇ ਉੱਤੇ। ਰਜਾਈ ਨਿਹਾਲੀ ਹੁੰਦੀ ਹੈ ਰਜਾਈ। ਇੱਕ ਤਾਂ ਆਰਾਮ ਦੇ ਨਾਲ ਸੌਂਦੇ ਆ, ਇੱਕ ਉੱਪਰ ਰਹਿਣ ਖੜੇ। ਇੱਕ ਜਿਹੜੇ ਉੱਪਰ ਖੜੇ ਪਹਿਰਾ ਦਿੰਦੇ ਰਹਿੰਦੇ ਆ। ਦੋ ਤਰ੍ਹਾਂ ਦੇ ਹੋ ਗਏ ਨਾ। ਇੱਕ ਤਾਂ ਆਨੰਦ ਦੇ ਨਾਲ ਪੈਂਦੇ ਆ, ਸੌਂਦੇ ਆ, ਇੱਕ ਸਾਰੀ ਰਾਤ ਜਾਗਦੇ ਰਹਿੰਦੇ ਆ। ਇਸ ਤਰ੍ਹਾਂ ਜਿਹੜੀ ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਮਨ ਸੜਦੇ ਰਹਿੰਦੇ ਆ। ਮਨ ਰੂਪੀ ਭਾਂਡੇ, ਸਰੀਰ ਰੂਪੀ ਭਾਂਡੇ, ਉਹ ਜਿਹੜੇ ਆ ਉੱਪਰ ਖੜੇ ਰਹਿੰਦੇ ਆ, ਤਤਪਰ ਰਹਿੰਦੇ ਆ, ਉਹ ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਸੜਦੇ ਰਹਿੰਦੇ ਆ। ਤੇ ਇੱਕ ਗਿਆਨ ਦੀ ਰਜਾਈ ਲੈ ਕੇ ਆਰਾਮ ਦੇ ਨਾਲ ਪੈ ਜਾਂਦੇ ਆ, ਸੌਂ ਜਾਂਦੇ ਆ। ਜਿਹੜੇ ਬੁਰਾ ਕੰਮ ਨਹੀਂ ਕਰਦੇ, ਗੁਰਮੁਖ ਬਣ ਜਾਂਦੇ ਹਨ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਸਾਰੇ ਸ਼ਲੋਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਹਿੱਸੇ ਕਰਕੇ ਸਮਝਾ ਦਿੱਤਾ, ਇੱਕ ਮਨਮੁਖ ਵਾਲਾ ਪੱਖ, ਇੱਕ ਗੁਰਮੁਖ ਵਾਲਾ ਪੱਖ। ਹੁਣ ਦੋਨੇ ਪੱਖ ਸਾਡੇ ਅੰਦਰ ਆ। ਅਗਰ ਗੁਰੂ ਨਾਲ ਜੁੜ ਜਾਵਾਂਗੇ, ਸਾਡੇ ਅੰਦਰ ਗੁਰਮੁਖ ਵਾਲਾ ਪ੍ਰਭਾਵ ਪੈਦਾ ਹੋ ਜਾਵੇਗਾ। ਅਗਰ ਗੁਰੂ ਨਾਲ ਨਾ ਜੁੜਾਂਗੇ ਤਾਂ ਸਾਡੇ ਅੰਦਰ ਮਨਮੁਖਤਾ ਵਾਲਾ ਪ੍ਰਭਾਵ ਪੈਦਾ ਹੋ ਜਾਵੇਗਾ। ਤੇ ਹੁਣ ਮੰਨ ਲਓ ਮਨਮੁਖ ਬਣ ਗਏ, ਮੰਨ ਲਓ ਇਸ ਸੰਸਾਰ ਦੇ ਵਿੱਚ ਆ ਕੇ ਅਸੀਂ ਵਿਗੜ ਗਏ, ਮਨਮੁਖ ਬਣ ਗਏ, ਬੁਰੇ ਭਾਂਡੇ ਹੋ ਗਏ। ਹੁਣ ਕੀ ਸਬਰ ਸਕਦੇ ਹਾਂ? ਮਹਾਰਾਜ ਸਮਝਾ ਰਹੇ ਹਨ, ਹਾਂ ਸਬਰਿਆ ਜਾ ਸਕਦਾ। ਤਿਨਾ, ਇੱਕ ਸ਼ਰਤ ਆ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਜੇ ਉਹ ਪ੍ਰਮਾਤਮਾ ਅਕਾਲ ਪੁਰਖ ਨਦਰ ਕਰ ਦੇਵੇ ਤਾਂ ਬੁਰੇ ਵੀ ਚੰਗੇ ਬਣ ਸਕਦੇ ਹਨ। ਮੈਂ ਮਨਮੁਖ ਬਣਿਆ ਹੋਇਆ ਭਾਂਡਾ ਵੀ ਗੁਰਮੁਖ ਬਣ ਸਕਦਾ। ਸ਼ਰਤ ਇਹ ਆ ਕਿ ਉਹ ਪ੍ਰਮਾਤਮਾ ਦੀ ਨਦਰ ਪ੍ਰਾਪਤ ਹੋ ਜਾਵੇ, ਉਹਦੀ ਕਿਰਪਾ ਹੋ ਜਾਵੇ।
ਹੁਣ ਨਦਰ ਤੇ ਕਿਰਪਾ, ਹੁਣ ਕੀ ਉਹ ਪ੍ਰਮਾਤਮਾ ਕਿਸੇ ਤੇ ਕਰ ਦਿੰਦਾ ਤੇ ਕਿਸੇ ਤੇ ਨਹੀਂ ਕਰਦਾ ਇਸ ਤਰ੍ਹਾਂ, ਜਾਂ ਕਈ ਕਿਰਪਾ ਦੇ ਪਾਤਰ ਬਣ ਜਾਂਦੇ ਆ, ਕਈ ਕਿਰਪਾ ਦੇ ਪਾਤਰ ਨਹੀਂ ਬਣਦੇ ਇਸ ਤਰ੍ਹਾਂ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚ ਦੀ ਮੂਰਤ ਆ, ਇੱਕ ਰਸ ਵਿਆਪਕ ਆ, ਉਹਦੇ ਵਿੱਚ ਨਿਰਭਉ ਤੇ ਨਿਰਵੈਰ ਆ, ਵਿਤਕਰੇਬਾਜੀ ਕੋਈ ਨਹੀਂ ਵੀ ਇਹਨੂੰ ਸਵਾਰਤਾ ਤੇ ਇਹਨੂੰ ਨਹੀਂ ਸਵਾਰਿਆ, ਨਹੀਂ। ਸਾਡੇ ਕੋਲੇ ਸਾਰਿਆਂ ਕੋਲੇ ਮੌਕਾ ਗੁਰੂ ਦੇ ਨਾਲ ਜੁੜ ਕੇ ਸਬਰ ਜੀਏ। ਹੁਣ ਜੇ ਨਦਰ ਕਰਵਾਉਣੀ ਆ, ਜੇ ਗੁਰਪ੍ਰਸਾਦ ਪ੍ਰਾਪਤ ਕਰਨਾ, ਤਾਂ ਪਹਿਲਾਂ ਇੱਕ ਓੰਕਾਰ ਬਣਨਾ ਪਵੇਗਾ, ਉਹ ਗੁਣ ਆਪਣੇ ਅੰਦਰ ਲੈ ਕੇ ਆਉਣਾ ਪਵੇਗਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਫੇਰ ਆ ਗੁਰਪ੍ਰਸਾਦ। ਭਾਵ ਕਿ ਉਹ ਪ੍ਰਮਾਤਮਾ ਦੀ ਨਦਰ ਸਵੱਲੀ ਆ, ਨਦਰ ਕਰ ਰਿਹਾ। ਨੁਕਸ ਕਿੱਥੇ ਆ? ਨੁਕਸ ਮੇਰੇ 'ਚ ਆ। ਮੈਂ ਉਹ ਪ੍ਰਮਾਤਮਾ ਦੇ ਮੁਤਾਬਕ ਨਹੀਂ ਚੱਲਿਆ, ਮੈਂ ਗੁਰੂ ਦੇ ਨਾਲ ਨਹੀਂ ਜੁੜਿਆ, ਮੈਂ ਗੁਰਬਾਣੀ ਦੇ ਨਾਲ ਨਹੀਂ ਜੁੜਿਆ। ਅਗਰ ਮੈਂ ਮਿਹਨਤ ਕਰਨ ਲੱਗ ਗਿਆ, ਹੁਣ ਆਪਾਂ ਆਏ ਨਹੀਂ ਕਹਿੰਦੇ ਵੀ ਦੇਖੋ ਵੀ ਬੱਚੇ ਨੂੰ ਆਪਾਂ ਪੜ੍ਹਾਉਣ ਭੇਜਦੇ ਹਾਂ, ਆਪਾਂ ਆਏ ਨਹੀਂ ਕਦੇ ਵੀ ਕਿਹਾ ਵੀ ਜੇ ਉਹ ਪ੍ਰਮਾਤਮਾ ਦੀ ਕਿਰਪਾ ਹੋਊਗੀ ਤਾਂ ਵੀ ਬੱਚੇ ਨੂੰ ਘਰੇ ਪੜ੍ਹਾਈ ਆ ਜਾਊਗੀ, ਜੇ ਨਾ ਕਿਰਪਾ ਹੋਈ ਤਾਂ ਫਿਰ ਰਹਿਣ ਦਿਆਂਗੇ। ਆਪਾਂ ਕੀ ਕੁਝ ਕਰਦੇ ਹਾਂ ਬੱਚੇ ਨੂੰ ਪੜ੍ਹਾਉਣ ਵਾਸਤੇ, ਚੰਗਾ ਸਕੂਲ ਦੇਖਦੇ ਹਾਂ, ਚੰਗੀਆਂ ਗੱਡੀਆਂ ਦੇਖਦੇ ਹਾਂ, ਚੰਗੇ ਟੀਚਰ ਦੇਖਦੇ ਹਾਂ, ਫਿਰ ਉਹਨੂੰ ਤਿਆਰ ਕਰਦੇ ਹਾਂ, ਕੀ ਕੁਝ ਕਰਨਾ ਪੈਂਦਾ। ਤੇ ਇਸੇ ਤਰ੍ਹਾਂ ਮਨ ਰੂਪੀ ਬੱਚੇ ਨੂੰ ਪੜ੍ਹਾਉਣ ਵਾਸਤੇ ਅਸੀਂ ਕੀ ਕਰਦੇ ਹਾਂ? ਉਦੋਂ ਘੱਟੋ ਘੱਟ ਦੁੱਗਣਾ ਕੰਮ ਕਰਨਾ ਪਊਗਾ, ਸਰੀਰਕ ਰੂਪੀ ਬੱਚੇ ਨਾਲੋਂ ਜ਼ਿਆਦਾ ਕੰਮ ਕਰਨਾ ਪਵੇਗਾ, ਪਰ ਇਸ ਕੰਮ ਵੱਲ ਸਾਡਾ ਧਿਆਨ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ, ਅਗਰ ਬੱਚੇ ਨੂੰ ਭੇਜਾਂਗੇ 10 ਸਾਲ ਤਿਆਰ ਕਰਕੇ ਭੇਜਾਂਗੇ, ਅਸੀਂ ਆਪਣੀ ਡਿਊਟੀ ਪੂਰੀ ਕਰਾਂਗੇ, ਫਿਰ ਕਹਾਂਗੇ ਵੀ ਪੜ੍ਹਾਈ ਦੀ ਕਿਰਪਾ ਹੋਗੀ ਬੱਚੇ ਤੇ 10 ਸਾਲ ਬਾਅਦ। ਅਗਰ ਜੇ ਕੋਈ ਸਕੂਲ ਗਿਆ ਹੀ ਨਹੀਂ ਬੱਚਾ, ਉਹਦੇ ਤੇ ਕਿਰਪਾ ਕਿਵੇਂ ਹੋਵੇਗੀ? ਇੱਥੇ ਜਾ ਕੋ ਜਿਨ ਕੋ ਨਦਰ ਕਰੇ ਦਾ ਮਤਲਬ ਇਹ ਹੈ ਜਿਹੜੇ ਇਧਰਲੇ ਪਾਸੇ ਲੱਗ ਜਾਂਦੇ ਹਨ, ਗੁਰੂ ਮੁਤਾਬਕ ਹੋ ਜਾਂਦੇ ਹਨ, ਪਰਮਾਤਮਾ ਵਾਲੇ ਪਾਸੇ ਨੂੰ ਚੱਲ ਪੈਂਦੇ ਹਨ, ਤਿੰਨਾਂ ਗੁਣਾਂ ਤੋਂ ਉੱਪਰ ਉੱਠ ਖੜਦੇ ਹਨ, ਇਧਰਲੇ ਪਾਸੇ ਚਸ ਬਣ ਜਾਂਦੀ, ਕਸ਼ਿਸ਼, ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਮਿਲਾਪ, ਉਹਨਾਂ ਤੇ ਨਜ਼ਰ ਹੋ ਜਾਂਦੀ ਹੈ। ਜਿਹੜੇ ਖੁਦ ਮਿਹਨਤ ਕਰਦੇ ਆ, ਇਧਰਲੇ ਪਾਸੇ ਪ੍ਰਾਪਤੀ ਵਾਲੇ ਪਾਸੇ ਨੂੰ ਚੱਲਦੇ ਆ, ਗੁਰਬਾਣੀ ਨੂੰ ਪੜ੍ਹਦੇ ਆ, ਸੁਣਦੇ ਆ, ਸਮਝਦੇ ਆ, ਉਹਨਾਂ ਤੇ ਨਜ਼ਰ ਹੋ ਜਾਂਦੀ ਹੈ। ਭਾਵ ਕਿ ਜੇ ਕੁਝ ਨਾ ਕੁਝ ਬੀਜਾਂਗੇ, ਜੇ ਮੰਨ ਲਓ ਦਿਹਾੜੀ ਲਾਵਾਂਗੇ ਤਾਂ ਸ਼ਾਮ ਨੂੰ ਮਾਲਕ ਦੀ ਨਜ਼ਰ ਹੋ ਜੂ, 300-400 ਰੁਪਈਆ ਮਿਲ ਜੂ। ਜੇ ਕੀਤਾ ਹੀ ਨਾ ਹੋਊਗਾ ਕੁਛ, ਫੇਰ ਆਪਾਂ ਨਜ਼ਰ ਕਿਵੇਂ ਕਹਾਂਗੇ ਵੀ ਨਜ਼ਰ ਹੋ ਜੂਗੀ? ਇਸੇ ਤਰ੍ਹਾਂ ਇੱਥੇ ਭੁਲੇਖਾ ਪੈ ਜਾਂਦਾ, ਤਿਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਜੇ ਕਿਸੇ ਨੂੰ ਕਹਿ ਦਈਏ ਵੀ ਗੁਰਬਾਣੀ ਨਾਲ ਜੁੜੋ ਭਾਈ, ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ, ਇੱਧਰਲੇ ਪਾਸੇ ਮਿਹਨਤ ਕਰੋ, ਤਾਂ ਅਗਲਾ ਫੱਟ ਦੇਣੇ ਇਹੀ ਕਹਿੰਦਾ ਵੀ ਜਦੋਂ ਕਿਰਪਾ ਹੋਊਗੀ, ਜਦੋਂ ਨਜ਼ਰ ਹੋਊਗੀ ਅਸੀਂ ਇੱਧਰਲੇ ਪਾਸੇ ਲੱਗ ਜਾਾਂਗੇ। ਨਹੀਂ ਭਾਈ, ਨਜ਼ਰ ਉਹਦੀ ਹੋਈ ਹੋਈ ਹੈ, ਸਭ ਕੁਝ ਤਿਆਰ ਆ। ਸਤਿਗੁਰੂ ਹਾਜ਼ਰ ਨਾਜ਼ਰ ਆ, ਖਾਣਾ ਤਿਆਰ ਪਿਆ, ਬਣਿਆ ਪਿਆ, ਛਕਣਾ ਤਾਂ ਹੁਣ ਅਸੀਂ ਆਪਾਂ ਨਾ। ਇਹ ਨਹੀਂ ਕਹਿੰਦੇ ਵੀ ਖਾਣਾ ਬਣ ਕੇ ਤਿਆਰ ਪਿਆ, ਥਾਲ 'ਚ ਪਾ ਕੇ ਬਹਿ ਜਾਓ, ਜੇ ਨਜ਼ਰ ਹੋ ਜੂ ਛਕ ਲਾਂਗੇ। ਉਹ ਤਾਂ ਛਕਣਾ ਪੈਂਦਾ ਨਾ, ਇੰਨਾ ਕੁ ਤਾਂ ਕਰਨਾ ਪੈਂਦਾ। ਗੁਰੂ ਦਾ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਵੰਡ ਰਹੇ ਆ, ਗਿਆਨ ਲੈਣਾ ਪੈਣਾ ਸਾਨੂੰ ਖੁਦ ਨੂੰ। ਜਦੋਂ ਅਸੀਂ ਗਿਆਨ ਲੈ ਕੇ ਇੱਧਰਲੇ ਪਾਸੇ ਨੂੰ ਚੱਲਾਂਗੇ, ਆਪੇ ਨਜ਼ਰ ਹੋ ਜੂ। ਪਹਿਲਾਂ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, 3 ਖੰਡ ਵੱਜਦੀ ਜਦੋਂ ਸੁਰਤ ਨਿਕਲ ਗਈ, ਫਿਰ ਨਜ਼ਰ ਹੋਣੀ ਹੈ ਸ਼ਰਮ ਖੰਡ, ਫਿਰ ਹੋਰ ਜ਼ਿਆਦਾ ਨਜ਼ਰ ਹੋ ਜਾਣੀ ਹੈ ਸੱਚਖੰਡ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਭਾਵ ਉਹ ਪ੍ਰਮਾਤਮਾ ਅਕਾਲ ਪੁਰਖ ਦੀ ਨਜ਼ਰ ਪ੍ਰਾਪਤ ਕਰਨ ਵਾਸਤੇ ਮਿਹਨਤ ਮੇਰੀ ਤੇ ਰਹਿਮਤ ਤੇਰੀ ਦਾ ਫਾਰਮੂਲਾ ਵਰਤਣਾ ਪੈਣਾ ਹੈ ਜੀ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੈ ਆਪ। ਮਹੱਲਾ ਦੂਜਾ। ਦੂਜੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਸ਼ਲੋਕ ਹੈ, ਆਪੇ ਸਾਜੇ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਸਭ ਜੀਵਾਂ ਦੀ ਸਾਜਨਾ ਕਰਦਾ ਹੈ। ਆਪੇ ਸਾਜੇ ਕਰੇ ਆਪ, ਤੇ ਉਹ ਜੀਵਾਂ ਦੀ ਪਾਲਣਾ ਵੀ ਆਪ ਕਰਦਾ ਹੈ। ਜਾਈ ਭੇ ਰੱਖੈ ਆਪ, ਪੈਦਾ ਵੀ ਉਹ ਆਪ ਕਰਦਾ ਹੈ ਤੇ ਰੱਖਿਆ ਵੀ ਆਪ ਕਰਦਾ ਹੈ। ਉਹ ਜੀਵਾਂ ਨੂੰ ਪੈਦਾ ਕਰਕੇ ਸਵਾਸਾਂ ਦੀ ਪੂੰਜੀ ਦੇ ਕੇ ਰੱਖਿਆ ਦੇ ਰੂਪ ਦੇ ਵਿੱਚ ਜੀਵਾਂ ਨੂੰ ਚਲਾ ਰਿਹਾ ਹੈ। ਤਿਸ ਵਿੱਚ ਜੰਤੋ ਪਾਏ ਕੈ
ਦੇਖੈ ਥਾਪੋ ਥਾਪ। ਇਹ ਸਾਰੀ ਸ੍ਰਿਸ਼ਟੀ ਕਿਹਨੇ ਪੈਦਾ ਕੀਤੀ ਹੈ? ਇਹ ਧਰਤੀ ਪਾਣੀ ਦੇ ਉੱਪਰ ਖੜੀ ਆ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਇਹ ਧਰਤੀ ਥਾਪ ਕੇ ਰੱਖੀ ਹੋਈ ਹੈ। ਧਰਤੀ ਥਾਪ ਰੱਖੀ ਧਰਮਸਾਲ, ਧਰਮ ਕਮਾਉਣ ਦੇ ਵਾਸਤੇ। ਤੇ ਇਸ ਵਿੱਚ ਜੰਤੂ ਪਾਇਕ ਹੈ। ਇਹ ਧਰਤੀ ਦੇ ਉੱਪਰ ਜੀਵ ਜੰਤੂ ਪੈਦਾ ਕਰਕੇ ਦੇਖੈ ਥਾਪ ਥਾਪ, ਉਹਨਾਂ ਨੂੰ ਪੈਦਾ ਵੀ ਪਰਮਾਤਮਾ ਕਰ ਰਿਹਾ ਹੈ ਤੇ ਉਹਨਾਂ ਦੀ ਮੌਤ ਵੀ ਨਿਸ਼ਚਿਤ ਹੈ। ਜੋ ਉਪਜਿਓ ਸੋ ਬਿਨਸ ਹੈ। ਥਾਪ ਥਾਪ, ਪੁਰਾਣੇ ਜੀਵ ਜਾਈ ਜਾਂਦੇ ਆ, ਨਵੇਂ ਆਈ ਜਾਂਦੇ ਆ। ਖੂਹ ਦੀਆਂ ਟਿੰਡਾਂ ਖਾਲੀ ਹੋ ਕੇ ਜਿਹੜੀਆਂ ਤੁਰੀਆਂ ਜਾਂਦੀਆਂ ਤੇ ਭਰੀਆਂ ਆਈ ਜਾਂਦੀਆਂ। ਦਰਖਤਾਂ ਦੇ ਪੱਤੇ ਪੁਰਾਣੇ ਝੜੀ ਜਾਂਦੇ ਆ, ਨਵੇਂ ਆਈ ਜਾਂਦੇ ਆ। ਸਭ ਉਹਦੀ ਕਿਰਪਾ ਦੇ ਨਾਲ ਥਾਪ ਥਾਪ ਹੋ ਰਿਹਾ ਹੈ। ਕਿਸਨੋਂ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਫਿਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸ ਨੂੰ ਕਹੀਏ? ਸਾਡੇ ਸਵਾਸਾਂ ਦੀ ਪੂੰਜੀ ਦੇਣ ਵਾਲਾ ਉਹ ਆਪ ਅਕਾਲ ਪੁਰਖ ਪਰਮਾਤਮਾ, ਸਾਡੀ ਨਿਗਾਹ ਬਣਾਉਣ ਵਾਲਾ, ਸਾਡਾ ਸਰੀਰ ਬਣਾਉਣ ਵਾਲਾ, ਸਾਡੀ ਹਾਰਟ ਬੀਟ ਚਲਾਉਣ ਵਾਲਾ, ਸਾਡਾ ਦਿਲ ਚਲਾਉਣ ਵਾਲਾ, ਸਾਡੇ ਭੋਜਨ ਤੋਂ ਖੂਨ ਬਣਾਉਣ ਵਾਲਾ, ਸਾਰਾ ਕੁਝ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਰਿਹਾ। ਸਭ ਤੋਂ ਵੱਡੀ ਗੱਲ ਆ ਵੀ ਰਾਤ ਨੂੰ ਜਦੋਂ ਅਸੀਂ ਸੌਂਦੇ ਆ ਨਾ, ਸੂਖਸ਼ਮ ਮੌਤ ਹੁੰਦੀ ਆ ਬੰਦੇ ਦੀ। ਪਤਾ ਨਹੀਂ ਬੰਦਾ ਉੱਠੇ ਕਿ ਨਾ ਉੱਠੇ, ਪਤਾ ਨਹੀਂ ਸਾਡੇ ਵਰਗੇ ਕਿੰਨੇ ਰਾਤ ਨੂੰ ਸੁੱਤੇ ਪਏ ਰਹਿ ਜਾਂਦੇ ਆ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਦੋਂ ਅਸੀਂ ਸੌਂ ਵੀ ਜਾਂਦੇ ਆ ਤਾਂ ਵੀ ਸਾਡੀ ਰੱਖਿਆ ਕਰਦੇ ਆ, ਤਾਂ ਵੀ ਸਾਡੇ ਸਵਾਸ ਚੱਲਦੇ ਰਹਿੰਦੇ ਆ। ਜੇ ਸਵਾਸ ਚੱਲਦੇ ਆ, ਪਰਮਾਤਮਾ ਨੇ ਸਾਰੀ ਰਾਤ ਰੱਖਿਆ ਕੀਤੀ ਸਾਡੀ, ਤਾਂ ਸਵੇਰ ਨੂੰ ਉੱਠਦੇ ਆ। ਸਵੇਰੇ ਉੱਠਣ ਸਾਰ ਜਿਸ ਵੀ ਬੋਲੀ ਦੇ ਵਿੱਚ ਆ ਬੋਲਦੇ ਹੋ, ਜਿਸ ਨੂੰ ਵੀ ਤੁਸੀਂ ਮੰਨਦੇ ਹੋ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਅੱਲਾ, ਬੀਠਲ, ਗੋਡ ਕੁਛ ਵੀ ਕਹਿ ਲਓ, ਉਹਦਾ ਇੱਕ ਵਾਰੀ ਸ਼ੁਕਰਾਨਾ ਜ਼ਰੂਰ ਕਰ ਦਿਓ ਸਵੇਰੇ ਉੱਠ ਕੇ ਕਿ ਹੇ ਪਰਮਾਤਮਾ ਵਾਹਿਗੁਰੂ, ਤੇਰੀ ਕਿਰਪਾ ਨਾਲ ਨਵਾਂ ਦਿਨ ਦੇਖਣ ਨੂੰ ਮਿਲਿਆ। ਮੇਰੇ ਵਰਗੇ ਪਤਾ ਨਹੀਂ ਕਿੰਨੇ ਸੁੱਤੇ ਪਏ ਰਹਿ ਗਏ ਹੋਣਗੇ। ਫਿਰ ਉਹ ਆਪ ਹੀ ਜਦੋਂ ਕਰਨ ਵਾਲਾ, ਸਭ ਕੁਝ ਕਰਨ ਕਰਾਉਣ ਵਾਲਾ ਆਪ ਆ, ਤੇ ਫਿਰ ਅਸੀਂ ਜੁੜੇ ਕਰਮ ਕਾਂਡਾਂ ਦੇ ਨਾਲ ਕਾਹਤੋਂ ਆ? ਤੇ ਜੁੜ ਗਏ ਵੀ ਉਸ ਪਰਮਾਤਮਾ ਦੇ ਨਾਲ। ਕਿਸ ਨੂੰ ਕਹੀਏ ਨਾਨਕਾ ਜੇ ਵਿਗਾੜ ਪੈ ਗਿਆ, ਤੇ ਕਿਸ ਨੂੰ ਕਹੀਏ ਉਸੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਹੈ। ਸਭ ਕੁਛ ਆਪੇ ਆਪ ਸਤਿਗੁਰੂ ਦੇ ਰਾਹੀਂ ਹਾਜ਼ਰ ਨਾਜ਼ਰ ਆ। ਸਾਰਾ ਕੁਝ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਚੱਲ ਰਿਹਾ ਹੈ। ਆਪ ਹੀ ਸਾਰਿਆਂ ਨੂੰ ਉਹ ਚਲਾਉਣ ਵਾਲਾ ਹੈ ਜੀ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਹ ਵੱਡਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਅੱਲਾ, ਬੀਠਲ, ਗੋਡ, ਸੁਪਰੀਮ ਪਾਵਰ, ਇੱਕ ਓੰਕਾਰ, ਉਹ ਇੱਕੋ ਹੀ ਹੈ। ਵਡਿਆਈਆਂ ਕਰਨੀਆਂ ਤਾਂ ਇਹ ਮਨੁੱਖ ਦੀਆਂ ਵਡਿਆਈਆਂ ਕਰਦਾ। ਕਿਉਂ? ਕਿਉਂਕਿ ਮਾਇਆ ਕਮਾਉਣੀ ਹੈ। ਮਾਇਆ ਕਮਾਉਣ ਵਾਸਤੇ ਸਾਨੂੰ ਮਨੁੱਖਾਂ ਦੀਆਂ ਵਡਿਆਈਆਂ ਕਰਨੀਆਂ ਪੈਂਦੀਆਂ। ਨਾਮ ਕਮਾਉਣ ਵਾਸਤੇ ਸਰੀਰਾਂ ਤੋਂ ਉੱਪਰ ਉੱਠਣਾ ਪੈਂਦਾ। ਉਹ ਪਰਮਾਤਮਾ ਅਕਾਲ ਪੁਰਖ ਦੀਆਂ ਵਡਿਆਈਆਂ ਕਰਨੀਆਂ ਪੈਂਦੀਆਂ। ਵੱਡੇ ਕੀਆਂ ਵਡਿਆਈਆਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰਬਾਣੀ ਦੇ ਰਾਹੀਂ ਵਡਿਆਈਆਂ ਕਰੋ, ਗੁਰਬਾਣੀ ਦੀਆਂ ਵਡਿਆਈਆਂ ਕਰੋ, ਗੁਰੂ ਗ੍ਰੰਥ ਸਾਹਿਬ ਦੀਆਂ ਵਡਿਆਈਆਂ ਕਰੋ ਭਾਈ, ਜਿੰਨੀਆਂ ਵੀ ਕਰ ਸਕਦੇ ਆ। ਇਹ ਵੱਡੇ ਆ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਹ ਪਰਮਾਤਮਾ ਅਕਾਲ ਪੁਰਖ ਬਾਰੇ ਕਿਛ ਕਹਿਣਾ ਚਾਹੇ ਵੀ ਮਨੁੱਖ ਦੀ ਬੁੱਧੀ ਬਹੁਤ ਛੋਟੀ ਹੈ, ਮਨੁੱਖ ਦਾ ਦਿਮਾਗ ਬਹੁਤ ਛੋਟਾ। ਉਹ ਪਰਮਾਤਮਾ ਦਾ ਪਸਾਰਾ ਬਹੁਤ ਵੱਡਾ, ਕਿੱਧਰੋਂ ਕਿੱਥੇ ਤੱਕ ਹੈ ਕਿਛ ਕਿਹਾ ਨਹੀਂ ਜਾ ਸਕਦਾ ਜੀ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜ਼ਕ ਸੰਭਾਹੇ। ਉਹ ਕਰਤਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਕਰਤੇ ਆ, ਸਾਰਿਆਂ ਨੂੰ ਬਣਾਉਣ ਵਾਲੇ ਆ। ਸੋ ਕਰਤਾ ਕਾਦਰ ਕਰੀਮ, ਉਹ ਬਹੁਤ ਚੰਗੇ ਸੁਭਾਅ ਵਾਲਾ ਪਰਮਾਤਮਾ, ਬਖਸ਼ਿਸ਼ਾਂ ਕਰਨ ਵਾਲਾ, ਕੁਦਰਤ ਦਾ ਮਾਲਕ ਹੈ। ਕਾਦਰ ਤੋਂ ਅਰਥ ਹੈ ਕੁਦਰਤ ਦਾ ਮਾਲਕ, ਕਰੀਮ ਬਖਸ਼ਿੰਦ, ਬਖਸ਼ਿਸ਼ਾਂ ਕਰਨ ਵਾਲਾ। ਦੇ ਜੀਆਂ ਰਿਜ਼ਕ ਸੰਭਾਹੇ, ਕੁਦਰਤ ਦੇ ਰਾਹੀਂ, ਧਰਤੀ ਦੇ ਰਾਹੀਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਜੀਆਂ ਨੂੰ ਰਿਜ਼ਕ ਦੇ ਕੇ ਸੰਭਾਲਣਾ ਕਰ ਰਿਹਾ ਹੈ। ਸਾਈ ਕਾਰ ਕਮਾਵਣੀ, ਧੁਰ ਛੋਡੀ ਤਿੰਨੈ ਪਾਏ। ਸਾਈ ਕਾਰ ਕਮਾਵਣੀ, ਉਹੀ ਜੀਵ ਕਾਰ ਕਮਾਉਂਦਾ ਹੈ, ਉਹੀ ਜੀਵ ਕੰਮ ਕਰਦਾ ਹੈ। ਧੁਰ ਛੋਡੀ ਤਿੰਨੈ ਪਾਏ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ
ਜਿਸ ਤਰ੍ਹਾਂ ਉਹਦੇ ਲੇਖਾਂ ਦੇ ਵਿੱਚ ਲਿਖ ਦਿੱਤਾ ਹੈ, ਲਿਖਿਆ ਗਿਆ ਹੈ ਪ੍ਰਮਾਤਮਾ ਵੱਲੋਂ, ਉਸੇ ਤਰ੍ਹਾਂ ਦਾ ਹੀ ਉਹਨੂੰ ਕੰਮ ਹਿਸਾਬ ਕਿਤਾਬ ਮਿਲਦਾ ਹੈ। ਜਿਹੋ ਜਿਹਾ ਮਨੁੱਖ ਸੁਭਾਅ ਬਣ ਜਾਂਦਾ, ਸੁਭਾਅ ਤੋਂ ਬਾਅਦ ਆਦਤਾਂ ਬਣ ਜਾਂਦੀਆਂ, ਆਦਤਾਂ ਤੋਂ ਬਾਅਦ ਕਰਮ ਬਣ ਜਾਂਦੇ ਆ, ਅਤੇ ਉਹੋ ਜਿਹੇ ਕਰਮਾਂ ਦੇ ਮੁਤਾਬਕ ਹੀ ਮਨੁੱਖ ਆਪਣੇ ਗਾਂ ਅੱਗੇ ਜਿਹੋ ਜਿਹੀ ਸੋਝੀ ਆ, ਜਿਹੋ ਜਿਹਾ ਸੁਭਾਅ, ਉਹੋ ਜਿਹੀ ਉਹ ਕਰਮ ਕਰੇਗਾ ਮਨੁੱਖ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਵਿੱਚ ਹੀ ਸਾਰੇ ਕੰਮ ਕਰ ਰਹੇ ਆ। ਕੁਝ ਮਨਮੁਖਾਂ ਵਾਲੇ ਕੰਮ ਕਰ ਰਹੇ ਆ, ਕੁਝ ਗੁਰਮੁਖਾਂ ਵਾਲੇ ਕੰਮ ਕਰ ਰਹੇ ਆ। ਜਿਨ੍ਹਾਂ ਦਾ ਧੁਰਾ ਜਿਹੜਾ ਸਿਰਾ ਅਖੀਰ ਧੁਰ ਅੰਦਰ ਤੱਕ ਜਿਹੜੇ ਗੁਰੂ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਉਹ ਸੱਚ ਦੀ ਕਮਾਈ ਕਰਨ ਲੱਗ ਗਏ। ਜਿਹੜੇ ਤਿੰਨਾਂ ਗੁਣਾਂ ਦੇ ਵਿੱਚ ਫਸੇ ਰਹਿ ਗਏ, ਗੁਰੂ ਨਾਲ ਨਾ ਜੁੜੇ, ਉਹ ਮਾਇਆ ਦੀ ਕਮਾਈ ਕਰੀ ਜਾਂਦੇ ਆ। ਸਾਰੇ ਕਰੀ ਜਾਂਦੇ ਆ ਉਹੀ ਕਾਰ ਆ ਜਿਹੜੀ ਜਿੱਥੇ ਜਿੱਥੇ ਲਾਇਆ ਪ੍ਰਮਾਤਮਾ ਨੇ, ਜਿੱਥੇ ਜਿੱਥੇ ਲਾਇਆ ਸੁਭਾਅ ਦੇ ਮੁਤਾਬਕ ਸਾਰਿਆਂ ਨੂੰ ਲਾਇਆ ਹੋਇਆ। ਜੋ ਕੁਝ ਅਸੀਂ ਮੰਗਦੇ ਆ ਉਹੀ ਕੁਝ ਸਾਨੂੰ ਪ੍ਰਾਪਤ ਹੋ ਜਾਂਦਾ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਉਹ ਪ੍ਰਮਾਤਮਾ ਅਕਾਲ ਪੁਰਖ ਤੋਂ ਬਾਹਰ ਕੋਈ ਹੋਰ ਜਗ੍ਹਾ ਨਹੀਂ ਹੈ ਭਾਈ। ਉਹ ਇੱਕ ਦਾ ਹੀ ਪਸਾਰਾ, ਇੱਕ ਦਾ ਹੀ ਬਾਸਾ, ਇੱਕ ਦੇ ਨਾਲ ਹੀ ਅਸੀਂ ਜੁੜਨਾ, ਇੱਕ ਦੇ ਹੀ ਅਸੀਂ ਸਾਰੇ ਬੱਚੇ ਹਾਂ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜਾਏ। ਸ਼ੁੱਧ ਉਹ ਪ੍ਰਮਾਤਮਾ ਉਹੀ ਕਰਦਾ ਹੈ ਜੋ ਉਹਦੀ ਰਜਾ ਹੁੰਦੀ ਹੈ, ਉਹਦੇ ਮੁਤਾਬਕ ਹੀ ਸਾਰਾ ਕੁਝ ਹੁੰਦਾ। ਜੇ ਬੰਦਾ ਕਹੇ ਵੀ ਮੈਂ ਸੂਰਜ ਚੜ੍ਹਨੋਂ ਹਟਾ ਦਿਆਂ, ਚੰਦਰਮਾ ਚੜ੍ਹਨੋਂ ਹਟਾ ਦਿਆਂ, ਮੈਂ ਜਿਹੜਾ ਹੈ ਦਰਖਤਾਂ ਨੂੰ ਜਿਹੜੇ ਫਲ ਲੱਗਦੇ ਆ ਉਹ ਲੱਗਣੋਂ ਹਟਾ ਦਿਆਂ, ਨਹੀਂ, ਉਹਦੀ ਕੁਦਰਤ ਦੇ ਵਿੱਚ, ਉਹਦੀ ਰਜਾ ਦੇ ਵਿੱਚ ਸਾਰਾ ਕੁਝ ਹੋ ਰਿਹਾ। ਜੋ ਕੁਝ ਕਰਦਾ ਚੰਗਾ ਹੀ ਕਰਦਾ, ਤੇ ਪੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਕਰਦਾ ਭਾਈ। ਉਹ ਰਜਾ ਉਹਦੀ ਉਹ ਚੰਗੇ ਪਾਸੇ ਲਾਉਂਦਾ, ਚੰਗੀ ਸਿੱਖਿਆ ਦਿੰਦਾ, ਚੰਗੀ ਮੱਤ ਦਿੰਦਾ। ਜਿਹੜੇ ਮਨੁੱਖ ਉਹਦੇ ਮੁਤਾਬਕ ਚੱਲ ਪੈਂਦੇ ਆ ਉਹ ਚੰਗੇ ਇਨਸਾਨ ਬਣ ਜਾਂਦੇ ਆ, ਗੁਰਮੁਖ ਬਣ ਜਾਂਦੇ ਆ। ਉਹ ਆਪਣਾ ਕਾਰਜ ਆਪ ਸਵਾਰ ਕੇ ਇੱਥੋਂ ਚਲੇ ਜਾਂਦੇ ਆ। ਜਿਹੜੇ ਨਹੀਂ ਜੁੜਦੇ ਤਾਂ ਉਹ ਰਹਿ ਜਾਂਦੇ ਆ ਭਾਈ। ਸਾਰੇ ਇਹ ਜਿਹੜਾ ਹੈ ਆਸਾ ਕੀ ਬਾਰ ਦੇ ਵਿੱਚ ਇਹੀ ਸਮਝਾਇਆ ਗਿਆ। ਸ਼ੁੱਧ ਤੋਂ ਭਾਵ ਹੈ ਜਾਂ ਸ਼ੁੱਧ ਲਿਖਿਆ ਹੁੰਦਾ ਜਾਂ ਸ਼ੁੱਧ ਕੀਚੇ। ਸ਼ੁੱਧ ਕੀਚੇ ਵੀ ਭਾਈ ਸ਼ੁੱਧ ਕਰ ਲਿਓ, ਇਹ ਬਾਰ ਸ਼ੁੱਧ ਆ। ਇਹਦੇ 'ਤੇ ਕੋਈ ਸਿਹਾਰੀ ਬਿਹਾਰੀ ਕੋਈ ਕਲਮ ਚਲਾਉਣ ਦੀ ਕੋਸ਼ਿਸ਼ ਨਾ ਕਰਿਓ, ਅਤੇ ਧਿਆਨ ਦੇ ਨਾਲ ਇਸ ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ, ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜਨਾ ਭਾਈ। ਚੰਗੇ ਭਾਂਡੇ ਬਣਨਾ, ਚੰਗੇ ਇਨਸਾਨ ਬਣਨਾ। ਕਿਉਂਕਿ ਗੁਰਬਾਣੀ ਜੇ ਤਾਂ ਬਦਲਾਵ ਨਾ ਹੁੰਦਾ ਹੋਵੇ ਵੀ ਚੰਗੇ ਨੇ ਜੋ ਧੁਰ ਤੋਂ ਕਰਮ ਲਿਖਤੇ ਉਹੀ ਹੋਣੇ ਆ, ਫਿਰ ਤਾਂ ਕਿਸੇ ਦੀ ਲੋੜ ਹੀ ਨਹੀਂ, ਫਿਰ ਤਾਂ ਮਿਹਨਤ ਕਰਨ ਦੀ ਲੋੜ ਹੀ ਨਹੀਂ। ਜੇ ਪ੍ਰਮਾਤਮਾ ਨਹੀਂ ਲਿਖ ਕੇ ਮਨਮੁਖ ਪ੍ਰਮਾਤਮਾ ਨਹੀਂ ਬਣਾ ਕੇ ਭੇਜ ਦਿੱਤਾ, ਗੁਰਮੁਖ ਪ੍ਰਮਾਤਮਾ ਨਹੀਂ ਬਣਾ ਕੇ ਭੇਜ ਦਿੱਤਾ, ਫਿਰ ਤਾਂ ਕੋਈ ਲੋੜ ਹੀ ਨਹੀਂ। ਗੁਰਬਾਣੀ ਤਾਂ ਮਨਮੁਖਾਂ ਨੂੰ ਗੁਰਮੁਖ ਬਣਾ ਰਹੀ ਹੈ ਭਾਈ। ਗੁਰੂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਹਰ। ਹੁਣ ਜੇ ਤਾਂ ਭਾਈ ਅਸੀਂ ਗੁਰੂ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਸਵਾਰ ਲਾਂਗੇ, ਫਿਰ ਤਾਂ ਸਾਡੇ ਸਰੀਰ ਰੂਪੀ ਮਨਾਂ ਰੂਪੀ ਭਾਂਡਿਆਂ 'ਚ ਦੁੱਧ ਵਰਗੇ ਵਿਚਾਰ ਪੈ ਜਾਣਗੇ। ਨਹੀਂ ਤਾਂ ਫਿਰ ਚੁੱਲ੍ਹੇ 'ਤੇ ਚੜ੍ਹੇ ਰਹਾਂਗੇ, ਨਹੀਂ ਤਾਂ ਫਿਰ ਇੱਥੇ ਵੀ ਦੁਖੀ ਤੇ ਅੱਗੇ ਵੀ ਦੁਖੀ। ਜੇ ਗੁਰੂ ਨਾਲ ਜੁੜ ਜਾਵਾਂਗੇ, ਇੱਥੇ ਵੀ ਸੁਖੀ, ਅੱਗੇ ਵੀ ਸੁਖੀ। ਲੋਕ ਸੁਖੀਏ ਪਰਲੋਕ ਸਹੇਲੇ ਵਾਲਾ ਜੀਵਨ ਬਣ ਜਾਵੇਗਾ। ਸਾਰੀ ਆਸਾ ਕੀ ਬਾਰ ਅੰਮ੍ਰਿਤ ਵੇਲੇ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚੋਂ ਇਹਦਾ ਕੀਰਤਨ ਹੁੰਦਾ, ਅਤੇ ਇਹਦੀ ਵਿਚਾਰ ਬਹੁਤ ਘੱਟ ਹੁੰਦੀ ਹੈ। ਇਹਦੀ ਵਿਚਾਰ ਦੇ ਨਾਲ ਜੁੜਨਾ ਚਾਹੀਦਾ। ਇਹ ਸਾਰੀ ਵਾਰ ਸਾਨੂੰ ਸਾਰੇ ਕਰਮ ਕਾਂਡਾਂ ਤੋਂ ਰੋਕ ਰਹੀ ਹੈ। ਕਰਮ ਕਾਂਡਾਂ ਤੋਂ ਰੋਕ ਕੇ ਸੱਚੇ ਨਾਮ ਨਾਲ, ਸੱਚੇ ਪ੍ਰਮਾਤਮਾ ਦੇ ਨਾਲ ਜੋੜ ਰਹੀ ਹੈ। ਆਓ ਭਾਈ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣੀਏ। ਡੁਪਲੀਕੇਟ ਜੇ ਧਰਮੀ ਬਣ ਕੇ ਨਾ ਰਹਿ ਜਾਈਏ, ਸਮਾਂ ਵੀ ਬਰਬਾਦ ਹੋ ਜਾਊ। ਉਹ ਇਸ ਤਰ੍ਹਾਂ ਕਰਮ ਕਾਂਡ ਆ ਜਿਹੜੇ ਉਹ ਇਸ ਤਰ੍ਹਾਂ ਹੁੰਦੇ ਆ ਜਿਵੇਂ ਬੈਂਕ ਦੇ ਵਿੱਚ ਬੰਦਾ ਕਿਸ਼ਤ ਤਾਂ ਜਮ੍ਹਾਂ ਕਰਾਈ ਜਾਂਦਾ। ਕਈ ਵਾਰੀ ਕਲਰਕ ਜਾਂ ਕੋਈ ਬੰਦਾ ਇਹੋ ਜਿਹਾ ਹੁੰਦਾ ਜਿਹਦੇ ਕੋਲ ਆਪਾਂ ਕਿਸ਼ਤ ਦੇਈ ਜਾਂਦੇ, ਉਹ ਗਾਹਾਂ ਜਮ੍ਹਾਂ ਕਰਾਉਂਦਾ ਹੀ ਨਹੀਂ, ਅਤੇ ਜਦੋਂ ਖਾਤਾ ਖੁੱਲ੍ਹਦਾ
ਫਿਰ ਕੁਛ ਵੀ ਨਹੀਂ। ਕਰਮ ਕਾਂਡ ਆ ਜਿਹੜੇ ਸਾਰੇ ਇੱਥੇ ਹੀ ਰਹਿ ਜਾਂਦੇ ਆ। ਜਦੋਂ ਰੱਬ ਦੇ ਘਰ ਵਿੱਚ ਜਾ ਕੇ ਖਾਤਾ ਖੁੱਲ੍ਹਦਾ ਤਾਂ ਕੱਖ ਨਹੀਂ ਪੱਲੇ ਪੈਂਦਾ। ਇਸ ਕਰਕੇ ਸੱਚੇ ਨਾਮ ਨਾਲ ਜੁੜੀਏ, ਆਪਣੇ ਆਪ ਨੂੰ ਸੁਵਾਰੀਏ, ਆਪਣੀਆਂ ਆਦਤਾਂ ਨੂੰ ਸੁਵਾਰੀਏ। ਬੁਰੀਆਂ ਆਦਤਾਂ ਪੈ ਜਾਂਦੀਆਂ, ਸਭ ਨੂੰ ਪੈ ਜਾਂਦੀਆਂ। ਗਲਤੀ ਹੋਣਾ, ਇਨਸਾਨ ਗਲਤੀ ਦਾ ਪੁਤਲਾ, ਕੋਈ ਮਾੜੀ ਗੱਲ ਨਹੀਂ ਹੈ, ਪਰ ਬਾਰ-ਬਾਰ ਗਲਤੀਆਂ ਉਹੀ ਕਰੀ ਜਾਣੀਆਂ ਉਹ ਮਾੜੀ ਗੱਲ ਆ। ਆਪਣੀਆਂ ਗਲਤੀਆਂ ਨੂੰ ਸੁਧਾਰੀਏ, ਆਪਣੇ ਔਗਣਾਂ ਨੂੰ ਸੁਧਾਰੀਏ। ਹੋਈ ਸਾਡੇ ਨਾਲ ਕੀ ਹੈ? ਸਾਡੇ ਨਾਲ ਹੋਇਆ ਸ਼ੁਰੂ ਦੇ ਵਿੱਚ ਕੀ ਹੈ? ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਸਾਡੀ ਪ੍ਰਮਾਤਮਾ ਵਾਲੇ ਪਾਸੇ ਤੋਂ ਛੁੜਕ ਗਈ, ਟੁੱਟ ਗਈ ਤੇ ਮਾਇਆ ਦੇ ਨਾਲ ਜੁੜ ਗਈ। ਹੁਣ ਹਰ ਕੰਮ ਦੇ ਵਿੱਚੋਂ ਬੰਦਾ ਮਾਇਆ 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 ਕਰਦਾ ਫਿਰਦਾ। ਧਰਮ ਦੇ ਵਿੱਚੋਂ ਵੀ ਬੰਦਾ ਕਹਿੰਦਾ ਕਿੰਨੀ ਕਮਾਈ ਹੋ, ਉਸ ਤਰ੍ਹਾਂ ਦੇ ਪਾਠ ਹੋਈ ਜਾਂਦੇ ਆ। ਠੇਕੇਦਾਰੀ ਸਿਸਟਮ ਸਾਰਾ ਇਹ ਧਰਮ ਦੇ ਵਿੱਚ ਵੀ ਚੱਲ ਪਿਆ। ਪਰ ਅਸਲ ਜਿਹੜੀ ਗੁਰਬਾਣੀ ਆ, ਅਸਲ ਕਰਾਮਾਤ ਆ, ਮਨੁੱਖ ਨੂੰ ਚੰਗਾ ਇਨਸਾਨ ਬਣਾ ਦੇਣਾ, ਧਰਮੀ ਬਣਾ ਦੇਣਾ, ਦੇਵਤਾ ਬਣਾ ਦੇਣਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮੈਂ ਤਾਂ ਪਸ਼ੂ ਸੀ, ਮੈਂ ਤਾਂ ਲੋਕ ਪਚਾਰਾ ਕਰੀ ਜਾਂਦਾ ਸੀ। ਉਹ ਕਹਿ ਦਿੰਦਾ ਸੀ, ਉਹਦੀ ਵਡਿਆਈ ਕਰ ਦਿੰਦਾ ਸੀ, ਮਾਇਆ ਮਿਲ ਜਾਂਦੀ ਸੀ। ਉਹਦੀ ਵਡਿਆਈ ਕਰ ਦਿੰਦਾ ਸੀ, ਮਾਇਆ ਮਿਲ ਜਾਂਦੀ ਸੀ। ਪੈਸੇ ਕਮਾਉਣ ਦੇ ਵਾਸਤੇ ਮੈਂ ਆਪਣੀ ਜ਼ਮੀਰ ਮਾਰ ਮਾਰ ਕੇ ਵੀ ਵਡਿਆਈਆਂ ਕਰਦਾ ਸੀ। ਪਰ ਹੁਣ ਜਦੋਂ ਦਾ ਗੁਰੂ ਨਾਲ ਜੁੜਿਆ, ਉਦੋਂ ਦਾ ਕੀ ਹੋ ਗਿਆ? ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ। ਮਨੁੱਖ ਤੋਂ ਦੇਵਤੇ ਬਣਾ ਦਿੱਤਾ। ਕਰਤ ਨਾ ਲਾਗੀ ਬਾਹਰ, ਬਹੁਤਾ ਸਮਾਂ ਵੀ ਨਹੀਂ ਲੱਗਦਾ। ਆਓ ਸਾਰੇ ਗੁਰੂ ਦੇ ਸਿੱਖ ਬਣੀਏ, ਗੁਰਬਾਣੀ ਦੇ ਸਿੱਖ ਬਣੀਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣੀਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੀਏ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨੀਏ, ਐਵੇਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਨਾ ਮੰਨੀਏ। ਨਹੀਂ, ਸਾਡੇ ਬੱਚੇ ਭਵਜਲ ਦੇ ਵਿੱਚੋਂ ਨਹੀਂ ਨਿਕਲ ਸਕਦੇ। ਮੇਰੀ ਗੱਲ ਧਿਆਨ ਨਾਲ ਸੁਣ ਲਿਓ। ਜਿਹੜੇ ਮਰਜ਼ੀ, ਮੇਰਾ ਜਾਣ ਦਾ ਮੌਕਾ ਮੈਨੂੰ ਦੁਬਈ ਦੇ ਵਿੱਚ ਵੀ ਮਿਲਿਆ, ਅਰਬ ਕੰਟਰੀਆਂ ਦੇ ਵਿੱਚ ਵੀ, ਕੈਨੇਡਾ 'ਚ ਵੀ ਮੈਂ ਜਾ ਕੇ ਆਇਆ। ਸਾਰਾ ਕੁਝ ਮੈਂ ਦੇਖਿਆ, ਮੇਰਾ ਤਜਰਬਾ ਜਿੰਨਾ ਕੁ ਹੈਗਾ ਉਸ ਮੁਤਾਬਕ ਕਹਿਣਾ ਮੈਂ। ਜੇ ਗੁਰਬਾਣੀ ਨਾਲ ਨਾ ਜੁੜੇ ਬੱਚੇ ਨਾ, ਜਿੰਨੇ ਮਰਜ਼ੀ ਬਾਹਰਲੀਆਂ ਪੜ੍ਹਾਈਆਂ ਪੜ੍ਹ ਲੈਣ, ਧਰਮ ਦੇ ਪੱਖੋਂ ਕੋਰੇ ਰਹਿਣਗੇ, ਠੱਗੇ ਜਾਣਗੇ। ਕੈਨੇਡਾ ਅਮਰੀਕਾ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ। ਇਸ ਕਰਕੇ ਗੁਰਬਾਣੀ ਦੀ ਪ੍ਰਚਾਰ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਸਾਡੇ ਸਿੱਖ ਹੋਣ ਦੇ ਵਾਸਤੇ ਨਾਤੇ ਬਹੁਤ ਜ਼ਰੂਰੀ ਹੈ। ਮੈਂ ਤਾਂ ਇਹ ਵੀ ਕਹਿਣਾ ਕਿ ਹਰ ਸਿੱਖ ਦਾ ਇਹ ਗੁਰਬਾਣੀ ਸਿਲੇਬਸ ਆ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਨੂੰ ਹਰ ਸਿੱਖ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਗੁਰਬਾਣੀ ਦੇ ਵਿੱਚ ਕੀ ਲਿਖਿਆ, ਕੀ ਗੁਰਬਾਣੀ ਸਮਝਾ ਰਹੀ ਹੈ, ਕੀ ਮੈਂ ਕਰਨਾ ਤੇ ਕੀ ਮੈਂ ਛੱਡਣਾ। ਜਦੋਂ ਇਹ ਗੱਲਾਂ ਦਾ ਪਤਾ ਲੱਗ ਗਿਆ ਤੇ ਸਾਡੇ ਅੰਦਰ ਸੁਧਾਰ ਹੋਣਾ ਸ਼ੁਰੂ ਹੋ ਜਾਊਗਾ। ਸਾਡੀ ਕੌਮ ਆ ਜਿਹੜੀ ਤਰੱਕੀਆਂ ਕਰਨੀਆਂ ਸ਼ੁਰੂ ਕਰ ਦੂਗੀ। ਇੱਕੋ ਇੱਕ ਕਾਰਨ ਆ, ਪੁਰਾਤਨ ਸਿੱਖੀ ਨੂੰ ਦੇਖ ਲਈਏ ਤੇ ਅੱਜ ਦੀ ਸਿੱਖੀ ਨੂੰ ਦੇਖ ਲਈਏ, ਟੌਪ ਤੋਂ ਥੱਲੇ ਜਾ ਚੁੱਕੇ ਆ। ਜੇ ਕਾਰਨ ਲੱਭਣ ਲੱਗ ਜਾਈਏ, ਮੈਨੂੰ ਤਾਂ ਅੱਜ ਤੱਕ ਕਾਰਨ ਇੱਕੋ ਇੱਕ ਲੱਭਿਆ, ਗੁਰੂ ਦੀ ਬਾਣੀ ਤੋਂ ਅਸੀਂ ਟੁੱਟ ਗਏ ਹਾਂ। ਬਿਲਕੁਲ ਕੇਵਲ ਤੇ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਹਾਂ। ਜਾਂ ਕਿਤੇ ਵਿਆਹ ਸ਼ਾਦੀ ਵਾਲੇ ਦਿਨ ਵਿਆਹ ਸ਼ਾਦੀ 'ਚ ਪਾਠ ਕਰਵਾ ਲੈਣਾ, ਜਾਂ ਮਰਗ ਠਰਗ 'ਤੇ ਪਾਠ ਕਰਵਾ ਲੈਣਾ। ਗੁਰਬਾਣੀ ਨੂੰ ਪੜ੍ਹਨ, ਸੁਣਨ, ਸਮਝਣ ਦੀ ਜਿਹੜੀ ਹੈ ਸਾਡੀ ਜਿਹੜੀ ਆਦਤ ਆ ਉਹ ਘਟ ਗਈ ਹੈ। ਗੁਰਬਾਣੀ ਬਾਰੇ ਸਾਨੂੰ ਪਤਾ ਨਹੀਂ। ਰਹਿੰਦਾ ਖੁੰਦਾ ਸਰਕਾਰਾਂ ਨੇ ਮਾਰਤਾ ਕਿ 8ਵੀਂ ਤੱਕ ਬੱਚਿਆਂ ਨੂੰ ਫੇਲ ਹੀ ਨਹੀਂ ਕਰਨਾ। ਇਸ ਕਰਕੇ ਉਹ 8ਵੀਂ ਤੱਕ ਜਿਹੜਾ ਬੇਸ ਹੁੰਦਾ, ਜਿਹਦੇ ਤੇ ਬਿਲਡਿੰਗ ਨੇ ਖੜਨਾ, ਜਿਹੜਾ ਫਾਊਂਡੇਸ਼ਨ ਤੇ ਬਣਨਾ ਬਿਲਡਿੰਗ ਨੇ, ਉਹ ਜਿਹੜਾ ਬੇਸ ਆ ਉਹੀ ਡਗਮਗਾ ਜਾਂਦਾ। ਪੰਜਾਬੀ ਬੱਚਿਆਂ ਨੂੰ ਪੜ੍ਹਨੀ ਨਹੀਂ ਆਉਂਦੀ, ਮੁਹਾਰਨੀ ਨਹੀਂ ਆਉਂਦੀ ਚੰਗੀ ਤਰ੍ਹਾਂ। +2 ਤੱਕ ਬੱਚਿਆਂ ਨੂੰ ਸਿਹਾਰੀ ਬਿਹਾਰੀ, ਔਂਕੜ ਦਲੈਂਕੜ ਦਾ ਨਹੀਂ ਫਰਕ ਪਤਾ ਲੱਗਦਾ। ਜਦੋਂ ਇਹਨਾਂ ਗੱਲਾਂ ਦਾ ਫਰਕ ਨਹੀਂ ਪਤਾ ਲੱਗਦਾ, ਇੱਕ ਤਾਂ ਅਸੀਂ ਮਾਂ ਬੋਲੀ ਤੋਂ ਟੁੱਟ ਜਾਂਦੇ ਹਾਂ, ਦੂਜਾ ਸਭ ਤੋਂ ਵੱਡਾ ਨੁਕਸਾਨ ਸਾਡੀ ਗੁਰਬਾਣੀ ਪੰਜਾਬੀ ਦੇ ਵਿੱਚ ਸਾਡੇ ਉੱਪਰ ਕਿੱਡਾ ਪਰਉਪਕਾਰ ਕੀਤਾ। ਗੁਰੂ ਸਾਹਿਬਾਨਾਂ ਨੇ ਸੰਸਕ੍ਰਿਤ ਦੇ ਵਿੱਚ ਸਾਨੂੰ ਸਮਝ ਨਹੀਂ ਆਉਣੀ ਸੀ ਕੀ ਬੋਲੀ ਜਾਂਦੇ ਆ, ਕੀ ਕਹੀ ਜਾਂਦੇ ਆ। ਸਾਨੂੰ ਬਿਲਕੁਲ ਪੰਜਾਬੀ 'ਚ ਸੌਖੇ ਸ਼ਬਦਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਗਿਆਨ, ਬ੍ਰਹਮ ਦਾ ਗਿਆਨ ਬਖਸ਼ਿਸ਼ ਕਰਤਾ। ਪਰ ਹੁਣ ਸਾਡੀ ਗਲਤੀ ਕਹਾਂਗੇ, ਸਾਡਾ ਕਸੂਰ ਕਹਾਂਗੇ, ਗੱਲ ਸਾਨੂੰ ਮੰਨਣੀ ਪਊਗੀ। ਚਾਹੇ ਅੱਜ ਮੰਨ ਲਈਏ, ਚਾਹੇ 5 ਸਾਲਾਂ ਨੂੰ ਮੰਨ ਲਈਏ, ਚਾਹੇ 10 ਸਾਲਾਂ ਨੂੰ ਮੰਨ ਲਈਏ ਵੀ ਸਾਤੋਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਗਲਤੀ ਹੋਈ ਆ। ਅਸੀਂ ਸਿੱਖਾਂ ਨੇ ਜੋ ਕੰਮ ਗੁਰਬਾਣੀ ਦਾ ਪ੍ਰਚਾਰ ਕਰਨਾ ਸੀ ਉਹ ਨਹੀਂ ਕਰ ਸਕੇ। ਅਸੀਂ ਸ਼ਬਦ ਨੂੰ ਵੇਚ ਵੇਚ ਆਪਣੇ ਘਰ ਭਰ ਲਏ ਆ।
ਆਪਣਾ ਆਪ ਬਣਾ ਲਿਆ, ਮਾਇਆ ਬਣਾ ਲਈ ਆ। ਇਹ ਗੱਲ ਸੱਚ ਆ। ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਕਿੰਨੀਆਂ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋਂ ਬਾਅਦ, ਕਿੰਨੀਆਂ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਬੈਠ ਕੇ ਵਿਚਾਰ ਕਰਨ ਨੂੰ ਗੁਰੂ ਘਰਾਂ ਦੇ ਵਿੱਚ ਮਿਲੀ ਆ। ਪਰ ਅੱਜ ਕਿਹੜੇ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਸਹੀ ਵਿਚਾਰ ਹੋ ਰਹੀ ਹੈ, ਸੋਚ ਕੇ ਦੇਖਿਓ। ਇੱਧਰ ਧਿਆਨ ਦੇਣ ਦੀ ਲੋੜ ਆ ਭਾਈ। ਬਹੁਤ ਵੱਡਾ ਖਜ਼ਾਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕੇ ਕਛੂ ਨਾ ਮੋਲ, ਭਰੇ ਭੰਡਾਰ ਖੂਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਹੋ ਜਾਈ। ਛੋਟੇ ਛੋਟੇ ਟੋਲੇ ਬਣਾ ਕੇ, 5-5 7-7 ਬੰਦਿਆਂ ਦੇ ਟੋਲੇ ਬਣਾ ਕੇ, ਸੰਗਤ ਛੋਟੀ ਛੋਟੀ ਬਣਾ ਕੇ ਇੱਕ ਇੱਕ ਸ਼ਬਦ ਨੂੰ ਵਿਚਾਰਨਾ ਸ਼ੁਰੂ ਕਰ ਦਈਏ। ਅੱਜ ਤੋਂ ਹੀ ਅਸੀਂ ਸਬਰਨੇ ਸ਼ੁਰੂ ਹੋ ਜਾਵਾਂਗੇ। ਪਿੱਛੇ ਜੋ ਸਮਾਂ ਲੰਘ ਗਿਆ, ਪਿਛਲੀ ਜਿਹੜਾ ਸ਼ੀਸ਼ਾ ਜਦੋਂ ਗੱਡੀ ਚਲਾਉਂਦੇ ਆ, ਐਂ ਕਿਤੇ ਕਿਤੇ ਦੇਖ ਹੁੰਦਾ, ਜ਼ਿਆਦਾ ਨਹੀਂ ਦੇਖ ਹੁੰਦਾ, ਪਿੱਛੇ ਅੱਗੇ ਦੇਖਣਾ ਚਾਹੀਦਾ। ਪਿੱਛੋਂ ਸਾਨੂੰ ਸਿੱਖਿਆ ਮਿਲਣੀ ਚਾਹੀਦੀ ਹੈ। ਸਾਨੂੰ ਸਿੱਖਿਆ ਪਿੱਛੋਂ ਕੀ ਮਿਲ ਗਈ ਕਿ ਅਸੀਂ ਗੁਰਬਾਣੀ ਤੋਂ ਦੂਰ ਹੋ ਗਏ। ਆਉਣ ਵਾਲਾ ਸਮਾਂ ਪਤਾ ਨਹੀਂ ਆਵੇਗਾ ਕਿ ਨਹੀਂ ਆਵੇਗਾ, ਹਮ ਆਦਮੀ ਹਾਂ ਇੱਕਦਮੀ। ਸੋ ਅੱਜ ਤੋਂ ਹੀ ਅਸੀਂ ਤਹਈਆ ਕਰੀਏ, ਅੱਜ ਤੋਂ ਹੀ ਅਸੀਂ ਯਤਨ ਕਰੀਏ, ਅੱਜ ਤੋਂ ਹੀ ਅਸੀਂ ਕੋਸ਼ਿਸ਼ ਕਰੀਏ, ਅੱਜ ਤੋਂ ਹੀ ਅਸੀਂ ਇੱਕ ਇੱਕ ਸ਼ਬਦ ਵਿਚਾਰ ਕੇ ਪੜ੍ਹਨ ਦੀ ਜਿਹੜੀ ਆ ਕੋਸ਼ਿਸ਼ ਕਰਨੀ ਸ਼ੁਰੂ ਕਰ ਦਈਏ। ਤੇ ਆਉਣ ਵਾਲਾ ਭਵਿੱਖ ਵਾਲਾ ਸਮਾਂ ਜਿਹੜਾ, ਜੇ ਅੱਜ ਤੋਂ ਸਬਰਨਾ ਸ਼ੁਰੂ ਹੋ ਜਾਵਾਂਗੇ, ਆਉਣ ਵਾਲੇ 10 ਸਾਲਾਂ ਨੂੰ ਕੌਮ ਦੀ ਰੂਪ ਰੇਖਾ ਹੀ ਹੋਰ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਸਿੱਖ ਕੌਮ ਨੂੰ ਤੰਦਰੁਸਤੀ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ। ਵੈਸੇ ਤਾਂ ਸਿੱਖਾਂ ਦਾ ਨਾਰਾ ਇਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਗੁਰਬਾਣੀ ਤੋਂ ਥੱਲੇ ਆ ਗਏ ਹਾਂ ਅਸੀਂ। ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਵੀ ਗੁਰਬਾਣੀ ਦਾ ਗਿਆਨ ਨਹੀਂ ਹੈ। ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ। ਇਸ ਕਰਕੇ ਇੱਕ ਲਹਿਰ ਸ਼ੁਰੂ ਕਰੀਏ, ਇੱਕ ਤਹਈਆ ਸ਼ੁਰੂ ਕਰੀਏ, ਗੁਰੂ ਦੇ ਨਾਲ ਜੁੜੀਏ, ਗੁਰਬਾਣੀ ਦੇ ਨਾਲ ਜੁੜੀਏ, ਗਿਆਨ ਦੇ ਨਾਲ ਜੁੜੀਏ ਭਾਈ। ਐਡੇ ਐਡੇ ਸਪੀਕਰ ਜਿਹੜੇ ਸਾਨੂੰ ਆਤਮ ਬਲ ਭਰਦੇ ਆ, ਕਿੰਨੇ ਕਿੰਨੇ ਪੈਸੇ ਦੇ ਕੇ ਆਪਾਂ ਗੱਲਾਂ ਨੂੰ ਸੁਣਦੇ ਹਾਂ। ਤੇ ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸਭ ਨੂੰ ਬਦਲ ਦੇਣ ਵਾਲੀ ਸਮਰੱਥਾ ਰੱਖਦੀ ਹੈ। ਬਦਲਾਵ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖ ਮੰਦੇ ਪਾਸਿਓਂ ਚੰਗੇ ਪਾਸੇ ਨੂੰ ਚੱਲਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਗੁਰਬਾਣੀ ਦੇ ਨਾਲ ਆਪ ਵੀ ਜੁੜੀਏ ਤੇ ਹੋਰਾਂ ਨੂੰ ਵੀ ਜੋੜੀਏ। ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ, ਕਿਉਂਕਿ ਗੁਰਬਾਣੀ ਸਮੁੰਦਰ ਦੀ ਨਿਆਈ ਹੈ। ਸੁਰਤ ਇੱਕ ਬੂੰਦ ਜਿੰਨੀ ਆ, ਇੱਕ ਬੂੰਦ ਪੂਰੇ ਸਮੁੰਦਰ ਦਾ ਵਿਖਿਆਨ ਨਹੀਂ ਕਰ ਸਕਦੀ। ਇਸ ਕਰਕੇ ਜਿੰਨੀ ਕੁ ਅਕਲ ਸੀ, ਜਿੰਨੀ ਕੁ ਮੱਤ ਸੀ, ਜਿੰਨੀ ਕੁ ਪਕੜ 'ਚ ਗੱਲ ਆਈ, ਸਮਝ ਲੱਗੀ, ਉਨੀ ਕੁ ਗੱਲ ਕਰਨ ਦੀ ਆਪਾਂ ਰਲ ਮਿਲ ਕੇ ਕੋਸ਼ਿਸ਼ ਕੀਤੀ ਹੈ। ਫਿਰ ਵੀ ਬਹੁਤ ਸਾਰੀਆਂ ਭੁੱਲਾਂ, ਗਲਤੀਆਂ, ਕਮੀਆਂ ਰਹਿ ਗਈਆਂ ਹੋਣਗੀਆਂ, ਕਿਉਂਕਿ ਗੁਰਬਾਣੀ ਦਾ ਅੰਤ ਕੋਈ ਨਹੀਂ। ਗੁਰਬਾਣੀ ਦੀ ਵਿਚਾਰ ਅਨਾਰ ਦੀ ਤਰ੍ਹਾਂ ਇਹ ਚਾਰੇ ਪਾਸੇ ਨੂੰ ਖਿੱਲਰਦੀ ਹੈ, ਚਾਰੇ ਪਾਸੇ ਨੂੰ ਚੱਲਦੀ ਹੈ। ਪਤਾ ਨਹੀਂ ਕਿਹੜੇ ਦਿਮਾਗ ਨੇ ਕਿਹੜਾ ਪਾਸਾ ਫੜ ਲੈਣਾ। ਬਸ ਅਸਲ ਗੱਲ ਕੀ ਹੈ, ਚੰਗੇ ਇਨਸਾਨ ਬਣੀਏ। ਗੁਰਮੁਖ ਤੋਂ ਭਾਵ, ਧਰਮੀ ਤੋਂ ਭਾਵ ਕੀ ਹੈ, ਚੰਗਾ ਇਨਸਾਨ। ਚੰਗੇ ਇਨਸਾਨ ਬਣ ਕੇ ਜੀਵਨ ਬਤੀਤ ਕਰੀਏ, ਆਪਣੇ ਆਪ ਨੂੰ ਬਦਲੀਏ। ਜਦੋਂ ਆਪਾਂ ਇੱਕ ਚੰਗੇ ਬਣ ਗਏ, ਇੱਕ ਨੂੰ ਸਮਝ ਲਓ, ਇੰਨਾ ਕੁ ਅਸੀਂ ਸਮਾਜ ਭਲਾਈ ਦਾ ਕਾਰਜ ਕਰ ਲਾਂਗੇ। ਇੱਕ ਬੰਦੇ ਨੂੰ ਮੈਂ ਬਦਲ ਸਕਦਾ, ਹੋਰ ਨਹੀਂ ਕਿਸੇ ਨੂੰ। ਉਹ ਕੌਣ ਆ? ਉਹ ਹੈ ਆਪਣਾ ਆਪ। ਜਦੋਂ ਮੈਂ ਬਦਲ ਗਿਆ, ਜਦੋਂ ਇੱਕ ਬਦਲ ਗਿਆ, 2 ਬਦਲ ਗਏ, 4 ਬਦਲ ਗਏ, ਸਾਰੇ ਹੀ ਬਦਲ ਗਏ, ਤਾਂ ਸਮਾਜ ਬਦਲ ਗਿਆ। ਸਮਝ ਲਓ ਸਮਾਜ ਸੋਹਣਾ ਬਣ ਜਾਵੇਗਾ। ਆਓ ਗੁਰੂ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।